अपने इस बच्चे नूं मार के इत्थे छप्पड़ दे विच सुट्टता। छप्पड़ दे विचों ये बॉडी मिली आ। ये कविता बहुत बुरा किया तूने भाई। तू एक बार मेरे से बात तो करती, वहां पे लेके आती हैं, क्यों नहीं लेके आई? तू मार का तो दिता? चाकू मारिया सी? ਉਹਦੇ खून निकल रहा सारे? क्या मारिया सी? ਉਹੀ ਬਬੀਤਾ ਭਾਜੀ, ਤੁਸੀਂ ਜਿਨ੍ਹਾਂ ਨੇ ਪਛਾਣ ਵੀ ਲਿਆ ਹੋਊਗਾ। ਹੁਣ ਤੁਹਾਨੂੰ ਅਸੀਂ ਇਸ ਬੋਡੀ ਨੂੰ ਦਿਖਾ ਨਹੀਂ ਸਕਦੇ, ਫੁੱਲ ਕੇ ਭਰਿਆ ਪਿਆ ਗੱਟੂ 'ਚ ਮਾਰ ਕੇ। ਵੀਡੀਓ ਵੀ ਆਈ ਸਾਹਮਣੇ ਇੱਥੇ CCTV ਦੇ ਵਿੱਚ। ਸਿਰ ਤੇ ਰੱਖ ਕੇ ਗੱਟੂ ਲੈ ਕੇ ਆਈ ਪਿੰਡ 'ਚੋਂ, ਤੇ ਸਿਰ ਤੇ ਲਿਆ ਕੇ ਰੱਖ ਕੇ ਇਹ ਛੱਪੜ ਦੇ ਵਿੱਚ ਸੁੱਟ ਗਈ। ਇੱਕ ਮਾਂ ਆਪਣੇ 5 ਸਾਲ ਦਾ ਕਰੀਬ ਪੁੱਤ ਸੀ, ਪਹਿਲਾਂ ਦੇਖੋ ਉਹਨੂੰ ਪਾਲਿਆ, ਪਹਿਲਾਂ ਜਨਮ ਦਿੱਤਾ, ਪਾਲਿਆ, ਹਨਾ 6 ਸਾਲ ਦਾ ਹੋ ਗਏ, ਤੇ ਹੁਣ ਆਪ ਹੀ ਉਹਨੂੰ ਮਾਰਤਾ। ਅੱਜ ਬੋਲਣ ਨੂੰ ਕੁਝ ਨਹੀਂ ਬਚਿਆ। ਹਸਨਪੁਰ ਪਿੰਡ ਦੇ ਵਿੱਚ ਇਹ ਵਾਕਿਆ ਹੋਇਆ। ਹਸਨਪੁਰ ਤੇ ਭਨੋੜਾ, ਇਹਨੂੰ ਦੋਨਾਂ ਪਿੰਡਾਂ ਦੀ ਸਾਡੇ ਨਗਰ ਸਾਰੇ ਲੋਕ ਖੜੇ ਨੇ ਇੱਥੇ। ਇਹ ਸਭ ਛੱਪੜ ਆ, ਬਹੁਤ ਵੱਡਾ ਪੁਰਾਣਾ। ਪਹਿਲਾਂ ਇਹ ਸਾਡੇ ਪਿੰਡ ਰਹਿੰਦੀ ਸੀਗੀ ਬਬੀਤਾ, ਇਹਦਾ ਨਾਂ। ਇਹਦੇ ਘਰ ਵਾਲਾ ਮਾਲੀ ਆ, ਨਾਲੇ ਸਾਈਕਲਾਂ ਦਾ ਕੰਮ ਕਰਦਾ। ਉਦੋਂ ਵੀ ਸਾਡੇ ਪਿੰਡ ਇਹਨੇ ਆਪਦੇ ਬੱਚੇ ਦੇ ਇਹਦੇ ਚਾਕੂ ਮਾਰੇ ਸੀ ਕਾਲੂ ਦੇ, ਤੇ ਪੈਰ ਤੇ, ਹੱਥ ਤੇ ਮਾਰਿਆ ਸੀ, ਲੱਤ ਤੇ ਮਾਰਿਆ ਸੀ, ਸਿਰ ਤੇ ਵੀ ਮਾਰਿਆ ਸੀ। ਤੇ ਉਦੋਂ ਪਿੰਡ ਵਾਲਿਆਂ ਨੇ ਨਾ ਵੀਰੇ ਉਹਨਾਂ ਨੇ ਇਹਨੂੰ ਕੁੱਟਿਆ ਸੀ ਫੜ ਕੇ, ਤੇ ਮੈਂ ਚਲੋ ਗਿਆ ਉੱਥੇ, ਮੈਂ ਇਹਨਾਂ ਨੂੰ ਛਡਾਇਆ। ਮੈਂ ਕਿਹਾ ਨਹੀਂ ਕੁੱਟੋ ਨਾ, ਵੀ ਇਹ ਦਿਮਾਗੀ ਠੀਕ ਨਹੀਂ ਲੱਗਦੀ। ਜਦੋਂ ਅਸੀਂ ਇਹਦੇ ਨਾਲ ਗੱਲ ਕੀਤੀ, ਇਹਦੇ ਘਰ ਵਾਲੇ ਨਾਲ ਗੱਲ ਕੀਤੀ, ਤਾਂ ਉਦੋਂ ਇਹ ਗੱਲ ਸਾਹਮਣੇ ਆਈ ਸੀ ਵੀ ਇਹਨੇ 3 ਬੱਚੇ ਪਹਿਲਾਂ ਵੀ ਆਪਦੇ ਮਾਰਤੇ, 2 ਬੇਟੇ 1 ਬੇਟੀ, ਜਿਹੜਾ ਸਾਲ 1.5 ਸਾਲ ਦੇ ਸੀਗੇ। ਤੇ ਤਿੰਨੇ ਵਾਰੀ, ਇੱਕ ਵਾਰੀ ਤਾਂ ਯੂਪੀ 'ਚ ਸੀਗੀ। ਇਹਦੇ ਘਰ ਵਾਲਾ ਕਹਿੰਦਾ ਮੈਂ ਕੰਮ ਤੇ ਗਿਆ ਸੀ, ਉਦੋਂ ਬੈਂਡ ਵਜਾਉਂਦਾ ਸੀਗਾ। ਕਹਿੰਦਾ ਜਦੋਂ ਮੈਂ ਘਰੇ ਆਇਆ, ਮੈਨੂੰ ਦੱਸਿਆ ਇਹਨੇ ਵੀ ਬੱਚਾ ਬੋਲਦਾ ਨਹੀਂ। ਕਹਿੰਦਾ ਜਦੋਂ ਮੈਂ ਜਾ ਕੇ ਦੇਖਿਆ ਅੰਦਰ ਮਰਿਆ ਪਿਆ ਸੀ ਮੇਰਾ। ਉਦੋਂ ਬੇਟੀ ਸੀ ਛੋਟੀ ਜੀ, ਕਹਿੰਦਾ 6 ਮਹੀਨਿਆਂ ਦੀ। ਉਸ ਤੋਂ ਬਾਅਦ ਪੰਜਾਬ ਆ ਗਏ। ਇੱਕ ਬੱਚਾ ਇਹਨਾਂ ਦਾ ਬੱਦੋਵਾਲ ਆ ਕੇ ਪੂਰਾ ਹੋਇਆ, ਉਹ ਵੀ ਇਹਨੇ ਗਲ ਘੁੱਟ ਕੇ ਮਾਰਤਾ। ਸਾਲ ਕੁ ਦਾ ਸੀਗਾ, ਤੇ ਮਾਰ ਕੇ ਇਹਨੇ ਉਦੋਂ ਵੀ ਗਲ ਘੁੱਟਦਾ ਸੀ। ਉਦੋਂ ਵੀ ਇਹਦੇ ਘਰ ਵਾਲਾ ਜਾ ਕੇ ਦੱਬਿਆ ਆ। ਤੀਜਾ ਬੱਚਾ ਸਾਡੇ ਪਿੰਡ ਇਹ ਦੱਬਣ ਚੱਲੇ ਸੀ। ਇਹ ਬਾਈ ਸਾਡੇ ਸਾਬਕਾ ਸਰਪੰਚ ਸਾਹਿਬ ਦਾ ਬੇਟਾ, 4-5 ਸਾਲ ਪੁਰਾਣੀ ਗੱਲ ਹੈ। ਸਾਬਕਾ ਵੀਰ ਕੀ ਨਾਮ ਤੁਹਾਡਾ ਵੀਰੇ? ਬਲਵੰਤ ਸਿੰਘ ਬਾਈ ਦਾ। ਹਾਂ, ਇਹ ਬਾਈ ਜੀ ਦੇ ਅੱਖੀਂ ਦੇਖਣ ਦੀ ਗੱਲ ਆ। ਜਦੋਂ ਇਹਨੂੰ ਦੱਬਣ ਜਾ ਰਹੇ ਸੀਗੇ ਤਾਂ ਇਹਨੇ ਦੇਖਿਆ ਵੀ ਬੱਚੇ ਨੂੰ ਦੱਬਣ ਜਾ ਰਿਹਾ, ਕੀ ਗੱਲ ਹੋਈ। ਤਾਂ ਇਹਨੇ ਮਾਲੀ ਨੂੰ ਪੁੱਛਿਆ, ਤੇ ਮਾਲੀ ਨੇ ਵੀ ਗੱਲ ਦੱਬਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਵੀ, ਚੱਲ ਕੋਈ ਨਾ ਜੀ ਕੁਛ ਨਹੀਂ ਹੋਇਆ, ਬਿਮਾਰ ਥਾ। ਪਰ ਬਾਅਦ 'ਚ ਪਤਾ ਲੱਗਿਆ ਇਹਦੀ ਘਰ ਵਾਲੀ ਨੇ ਗਲ ਘੁੱਟ ਕੇ ਮਾਰਤਾ ਸੀ ਬੱਚਾ। ਉਹਦੀ ਬਿਮਾਰੀ ਸੀਗੀ, ਦਿਮਾਗੀ ਅਪਸੈਟ ਸੀਗੀ। ਇਹ 3 ਬੱਚਿਆਂ ਬਾਰੇ ਉਦੋਂ ਇਹ ਮੰਨੀ ਸੀ ਸਾਡੇ ਕੋਲੇ ਬਬੀਤਾ, ਹਨਾ, ਵੀ ਮੈਂ 3 ਬੱਚੇ ਆਪਣੇ ਮਾਰਤੇ। ਫਿਰ ਉਸ ਤੋਂ ਬਾਅਦ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ, ਇਹਦਾ ਇਲਾਜ ਚੱਲਿਆ। ਇਹਨੂੰ ਇੱਥੇ ਹਸਪੀਟਲ ਦਾਖਲ ਰੱਖਿਆ, ਦੀਪਕ ਹਸਪੀਟਲ, ਸੌਰੀ CMC 'ਚ। ਉੱਥੇ ਇਹਦਾ ਇਲਾਜ ਚੱਲਣ ਤੋਂ ਬਾਅਦ ਡਾਕਟਰਾਂ ਨੇ ਜਿਹੜੀ ਗੱਲ ਕਲੀਅਰ ਕੀਤੀ ਸੀ ਵੀ ਇਹਨੂੰ ਬਿਮਾਰੀ ਹੈ ਇੱਕ ਡਬਲ ਪਰਸਨੈਲਿਟੀ ਦੀ, ਸਪਲਿਟ ਪਰਸਨੈਲਿਟੀ ਦੀ, ਵੀ ਜਿਹਦੇ ਵਿੱਚ ਇਹਨੂੰ ਪਤਾ ਨਹੀਂ ਲੱਗਦਾ ਵੀ ਜਦੋਂ ਆਪਣੇ ਬੱਚੇ ਨੂੰ ਰੋਂਦਾ ਦੇਖਦੀ ਆ ਤੇ ਇਹਦਾ ਮਤਲਬ ਜਿਵੇਂ ਕਹਿੰਦੀ ਖੂਨ ਖੋਲਣ ਲੱਗ ਜਾਂਦਾ, ਤੇ ਬੱਚੇ ਨੂੰ ਇਹ ਹੋਰ ਮਾਰਦੀ ਆ, ਹੋਰ ਰੋਂਦਾ, ਹੋਰ ਚੀਕਦਾ, ਇਹਨੂੰ ਹੋਰ ਗੁੱਸਾ ਚੜਦਾ। ਤਾਂ ਫਿਰ ਇਹ ਅਖੀਰ ਨੂੰ ਚੁੱਪ ਕਰਾ ਵੀ ਤੂੰ ਹੁਣ ਖਿਆਲ ਰੱਖ ਇਹਦਾ। ਤੇ ਇਹ ਸਾਡੇ ਕੋਲ 2-2.5 ਮਹੀਨੇ ਰਹੇ। ਉਸ ਤੋਂ ਬਾਅਦ ਬਿਨਾਂ ਦੱਸੇ ਤੋਂ ਸਾਡੇ ਕੋਲ ਉੱਥੋਂ ਆ ਗਏ। ਅਸੀਂ ਫੇਰ ਇਹਦੇ ਘਰੇ ਆਏ, ਮਗਰ ਵੀ ਇਹਨੂੰ ਹਜੇ ਉੱਥੇ ਰੱਖਣ ਦੀ ਕਿਹਾ ਸੀ, ਇਹਦੀ ਦਵਾਈ ਨਹੀਂ ਬੰਦ ਹੋਣੀ ਚਾਹੀਦੀ। ਤਾਂ ਫਿਰ ਇਹ ਮਾਲੀ ਨੂੰ ਕਈ ਵਾਰ ਸੁਨੇਹੇ ਲਾਉਣ ਤੋਂ ਬਾਅਦ ਦਵਾਈ ਲੈਣ ਵੀ ਨਹੀਂ ਆਏ, ਪਿੰਡ ਛੱਡ ਕੇ ਚਲੇ ਗਏ। ਇੱਥੇ ਭਨੋੜਾ ਪਿੰਡ 'ਚ ਰਹਿਣ ਲੱਗ ਗਏ, ਤੇ ਅੱਜ ਆਹ ਹਾਦਸਾ ਹੋ ਗਿਆ। ਹੁਣ ਭਨੋੜਾ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਵੀ ਕੀ ਗੱਲ ਆ, ਕੀ ਬਾਤ ਆ। ਜੇ ਉਹਨਾਂ ਨੂੰ ਵੀ ਪਤਾ ਹੁੰਦਾ ਸ਼ਾਇਦ ਉਹ ਵੀ ਖਿਆਲ ਰੱਖਦੇ। ਜਿਹੜੇ ਪਿੰਡ 'ਚ ਸਾਡੇ ਘਰ 'ਚ ਰਹਿੰਦੀ ਸੀ ਉਹ ਖਿਆਲ ਰੱਖਦੇ ਸੀ, ਆਂਢ ਗੁਆਂਢ ਦੇ ਲੋਕ ਸਾਰੇ ਖਿਆਲ ਰੱਖਦੇ ਸੀ। ਜਦੋਂ ਮਾੜਾ ਜਿਹਾ ਬੱਚੇ ਨੂੰ ਰੋਂਦਾ ਦੇਖਦੇ ਸੀ, ਜਦ ਹੀ ਕੋਈ ਨਾ ਕੋਈ ਚਲੇ ਜਾਂਦਾ ਸੀ। ਪਰ ਜਦੋਂ ਦਾਇਰੇ 'ਚੋਂ ਬਾਹਰ ਚਲੇ ਗਈ, ਇਹਦੇ ਘਰ ਵਾਲੇ ਨੂੰ ਮੈਂ ਕਈ ਵਾਰ ਸੁਨੇਹੇ ਲਾਏ। ਉਹ ਮਾਲੀ ਉੱਥੇ ਹੁਣ ਬਿਆਨ ਦੇ ਰਿਹਾ ਵੀ
ਪਤਨੀ ਦਾ ਵੀ ਇਹਦਾ ਇਲਾਜ ਚੱਲਣਾ ਚਾਹੀਦਾ, ਦਵਾਈ ਨਾ ਬੰਦ ਕਰ। ਪਰ ਉਹ ਦਵਾਈ ਬੰਦ ਕਰਨੇ ਅੱਜ ਉਸ ਡੈਨ ਮਾਂ ਨੇ ਆਪਣਾ ਚੌਥਾ ਬੱਚਾ ਵੀ ਮਾਰਤਾ। 3 ਪਹਿਲਾਂ ਮਾਰਤੇ ਸੀ ਤੇ ਚੌਥਾ ਬੱਚਾ ਅੱਜ ਇੱਥੋਂ ਬਰਾਮਦ ਹੋਇਆ ਗੱਟੂ ਦੇ ਵਿੱਚ। ਜਦੋਂ ਇਹ ਗੱਲ ਪਤਾ ਲੱਗੀ ਸੀ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਆਇਆ ਸਾਨੂੰ ਵੀ ਇਹ ਮਾਰਤਾ ਹੋਏ ਨੇ। ਪਹਿਲਾਂ ਤਾਂ ਐਂ ਲੱਗਦਾ ਸੀਗਾ ਵੀ ਚਲੋ ਜਿਵੇਂ ਅੱਜ ਸਵੇਰੇ ਸਾਡੇ ਸਾਹਮਣੇ ਗੱਲ ਆਈ ਵੀ ਪਿੰਡ 'ਚ ਕੋਈ ਮੋਟਰਸਾਈਕਲ ਤੇ ਲਈ ਜਾਂਦਾ ਸੀ ਹਨਾ, ਮੋਟਰਾਂ ਦੇ ਵਿਚਾਲੇ ਬਿਠਾਇਆ ਵੀ ਕਿਸੇ ਨੂੰ ਵੇਚਤਾ ਜਾਂ ਕਿਸੇ ਨੂੰ ਦੇਤਾ ਹਨਾ। ਪਹਿਲਾਂ ਤਾਂ ਸਾਨੂੰ ਐਂ ਸੀ, ਅੱਜ ਦੁਪਹਿਰੇ ਪਤਾ ਲੱਗਿਆ ਕਿਸੇ ਵੀਰ ਨੇ ਦੇਖਿਆ, ਕਹਿੰਦੇ ਮੋਟਰਸਾਈਕਲ ਦੇ ਮਗਰ ਵਿਚਾਲੇ ਬਿਠਾਈ ਲਈ ਜਾਂਦੇ ਸੀ, ਇਹ ਕੋਲੇ ਖੜੀ ਸੀ ਉਹਨਾਂ ਦੇ, ਵੀ ਕਿਸੇ ਨੂੰ ਇਹਨੇ ਵੇਚਤਾ ਜਾਂ ਦੇਤਾ। ਪਰ ਸ਼ਾਮ ਹੁੰਦੇ ਤਾਂ ਅੱਜ ਇਹ ਥਾਣੇ ਪੁਲਿਸ ਇਹਨਾਂ ਨੇ ਲੋਕਾਂ ਨੇ ਇਹਨੂੰ ਫੜ ਲਿਆ, ਕੁੱਟਿਆ ਇੱਥੇ ਪਿੰਡ 'ਚ। ਜਦ ਨੂੰ ਅਸੀਂ ਆਏ, ਜਦ ਨੂੰ ਪਤਾ ਲੱਗਿਆ ਵੀ ਥਾਣੇ ਲੈ ਗਏ ਉਹਨੂੰ। ਥਾਣੇ ਜਾ ਕੇ ਫਿਰ ਪੁਲਿਸ ਮੁਲਾਜ਼ਮਾਂ ਨੇ ਜਦੋਂ ਇਹਦੇ ਨਾਲ ਗੱਲ ਕੀਤੀ ਤਾਂ ਇਹ ਸਾਰੀ ਗੱਲ ਇਹਨੇ ਮੰਨ ਲਈ ਵੀ ਮੈਂ ਗਲ ਘੁੱਟ ਕੇ ਉਸ ਤੋਂ ਬਾਅਦ ਗੱਟੂ 'ਚ ਪਾ ਕੇ ਛੱਪੜ ਸੁੱਟਤਾ। ਫਿਰ ਸੀਸੀਟੀਵੀ ਕੈਮਰਾ ਪਿੰਡ ਦੇ ਵਿੱਚ ਚੈੱਕ ਕੀਤੇ ਤਾਂ ਫੋਟੋ ਵੀ ਆ ਗਈ, ਉਹਦੇ 'ਚ ਸਿਰ ਦੇ ਉੱਤੇ ਆ ਰੰਗ ਬਰੰਗਾ ਗੱਟੂ ਰੱਖ ਕੇ ਲਈ ਆਉਂਦੀ ਸੀ। ਤੇ ਹੁਣ ਜਦੋਂ ਇੱਥੇ ਖੜੇ ਸੀ JCB ਮੰਗਾਈ ਤਾਂ ਵਿਚਾਲੇ ਸੈਂਟਰ ਦੇ ਵਿੱਚ ਇੱਕ ਰੰਗ ਬਰੰਗਾ ਗੱਟੂ ਤੈਰਦਾ ਦਿਖਿਆ। ਤਾਂ ਜਦੋਂ ਇਹ ਗੱਟੂ ਨੂੰ ਉਧਰਲੇ ਪਾਸੇ ਦੀ ਜਾ ਕੇ ਖਿੱਚ ਕੇ ਬਾਹਰ ਕੱਢਿਆ ਤਾਂ ਉਹੀ ਕਾਲੂ ਜਿਹੜਾ ਅੱਜ ਤੋਂ 5-6 ਮਹੀਨੇ ਪਹਿਲਾਂ ਬਚਾ ਲਿਆ ਗਿਆ ਸੀ, ਅੱਜ ਉਹ ਪੂਰਾ ਹੋ ਗਿਆ। ਕਿਉਂਕਿ ਜਦੋਂ ਮਾਂ ਮਾਰਨ ਤੇ ਆ ਜਾਵੇ ਫਿਰ ਉਹਨੂੰ ਬਚਾ ਨਹੀਂ ਸਕਦਾ। ਜਦੋਂ ਖੇਤ ਦੀ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਉਹਨੂੰ ਕੋਈ ਉਹਦਾ ਰਾਖਾ ਨਹੀਂ, ਕੋਈ ਬਚਾ ਨਹੀਂ ਸਕਦਾ। ਤੇ ਸੇਮ ਇਹ ਕਹਾਣੀ ਅੱਜ ਸਾਡੇ ਨਗਰ ਦੇ ਵਿੱਚ ਪਿੰਡ ਹਸਨਪੁਰ ਬੀਤੀ ਆ ਵੀ ਮਾਂ ਨੇ ਆਪਣੇ ਪੁੱਤ ਨੂੰ ਮਾਰਤਾ। ਇਸ ਤੋਂ ਪਹਿਲਾਂ ਵੀ 2 ਪੁੱਤ ਤੇ 1 ਧੀ ਇਸੇ ਤਰ੍ਹਾਂ ਹੀ ਇਹ ਮਾਰ ਚੁੱਕੀ ਸੀਗੀ। ਅੱਜ ਬੜਾ ਦੇਖ ਵੀ ਨਹੀਂ ਹੋ ਰਿਹਾ, ਕਾਲੂ ਦੀ ਬੋਡੀ ਇੰਨੀ ਫੁੱਲੀ ਪਈ ਆ, ਇੰਨਾ ਫੁੱਲਿਆ ਪਿਆ। ਇਸ ਮਾਂ ਨੇ ਪਤਾ ਨਹੀਂ ਇਹ ਕਿਵੇਂ ਅੰਜਾਮ ਦਿੱਤਾ ਹੋਊ ਆਪਣੇ ਪੁੱਤ ਨੂੰ। ਬੰਦ ਕਰ ਦੇ ਬਾਈ, ਬੰਦ ਕਰ ਦੇ ਬਾਈ, ਉਧਰ ਹੋ ਜਾਓ ਬਾਈ ਬਣ ਕੇ ਬਾਈ, 2 ਮਿੰਟ ਉਧਰ ਹੋ ਜਾਓ ਬਾਈ। ਪੁਲਿਸ ਮੁਲਾਜ਼ਮਾਂ ਨੂੰ ਮਾੜੀ ਕਾਰਵਾਈ ਕਰ ਲੈਣ ਦਿਓ ਆਪਦੀ। ਬਹੁਤ ਸਾਰੇ ਮਰੀਜ਼ਾਂ ਦੇ ਕੀੜੇ ਕੱਢੀ ਦੇ ਆ, ਬਹੁਤ ਵੱਡੇ ਵੱਡੇ ਜ਼ਖਮ ਦੇਖੀ ਦੇ ਆ, ਬੜੀ ਗੰਦੀ ਸਮੈਲ ਆਉਂਦੀ ਹੁੰਦੀ ਆ। ਪਰ ਜਿੰਨੀ ਸਮੈਲ ਕਾਲੂ ਦੇ ਵਿੱਚੋਂ ਆ ਰਹੀ ਹੈ ਇਸ ਟਾਈਮ, ਇੰਨੀ ਗੰਦੀ ਸਮੈਲ ਨਹੀਂ ਕਿਸੇ ਦੀ। ਨਹੀਂ ਬਾਈ ਇਹ ਗੱਲ ਨਹੀਂ ਕਰਨੀ ਕੋਈ ਵੀ ਆਪਾਂ ਕਿਸੇ ਨੇ ਬਾਈ, ਕੋਈ ਨਹੀਂ ਬਾਈ, ਇਹਦਾ ਕਾਨੂੰਨ ਕਰੂਗਾ, ਇਹਦਾ ਹੱਲ ਹੈਗਾ। ਆਪਾਂ ਇਹੋ ਜਿਹੀ ਕੋਈ ਗੱਲ ਨਹੀਂ ਕਰਨੀ, ਇਹਨੂੰ ਮਾਰਨਾ ਹੱਲ ਨਹੀਂ। ਆਪਾਂ ਸਿਆਣਪ ਨਾਲ ਗੱਲ ਕਰੋ। ਦੇਖੋ ਆਪਾਂ ਸਾਰੇ ਜ਼ਿੰਮੇਵਾਰ ਬੰਦੇ ਆ, ਇਹਦੀ ਜੋ ਕਾਨੂੰਨੀ ਕਾਰਵਾਈ ਬਣਦੀ ਆ ਇਹਨੂੰ ਮੈਂਟਲ ਹਸਪੀਟਲ ਦੇ ਵਿੱਚ। ਹਾਂ ਗਲਵਜ਼ ਦਿਓ, ਆ ਗਲਵਜ਼ ਦੇ ਪਿੱਟੀ ਰੋਏ ਬਾਈ, ਪਿੱਛੇ ਹੋ ਜਾਓ। ਉਹ ਗਲਵਜ਼ ਦੇ ਆ ਜੇਬ ਚੋਂ ਕੱਢੀ, ਹੱਥ ਸਾਫ ਆ ਤੇਰੇ, ਕਿਹਦੇ ਹੱਥ ਸਾਫ ਆ? ਆ ਮੇਰੀ ਜੇਬ ਚੋਂ ਕੱਢ ਲੈ ਗਲਵਜ਼, ਆ ਬਾਈ ਨੂੰ ਦੇ ਦੇ। ਕੀ ਨਾਮ ਹੈ? ਸਤਪਾਲ ਇਧਰ ਆ ਤੁਸੀਂ। ਆ ਦੇ ਦੇ, ਉਹ ਤਾਂ ਫਰੋਟੇ ਤੋਂ ਪਰੇ ਤੱਕ ਜਾਣਾ ਚਾਹੀਦੇ ਨੇ। ਹੋਊਗਾ ਸਾਰੇ ਆ ਕੋਈ ਇੱਥੇ ਖੜਾ ਨਹੀਂ ਦੇ ਭੇਜਦੇ ਸਾਰੇ ਹੈਗਾ। ਨਹੀਂ ਬਾਈ ਹੈ ਨਹੀਂ। ਉਹ ਧੀਰੂ ਓਏ ਗੱਡੀ ਚ ਲੈਣ ਗਏ ਆਲਾ ਨਹੀਂ ਲੈਣਾ। ਆ ਦੇ ਦੇ, ਆ ਲੈ ਲਓ। ਸਾਰੇ ਪਰੇ ਕਰੋ, ਮੇਨ 5 ਬੰਦੇ ਚਾਹੀਦੇ। ਸਤਿ ਸ਼੍ਰੀ ਅਕਾਲ ਬਾਈ। ਲਾਈਵ ਹੋ ਗਿਆ ਤੁਹਾਡਾ? ਹਾਂਜੀ ਜੀ ਚੱਲ ਰਿਹਾ ਸੀ, ਦੱਸੋ ਕੋਈ ਨਹੀਂ। ਰਾਈਟ ਲੈਣੀ ਇਹਨਾਂ ਵੀਰੇ ਅੱਜ ਤੋਂ 6 ਮਹੀਨੇ ਪਹਿਲਾਂ ਮੈਡੀਸਨ ਇਹਦਾ ਮਤਲਬ ਇਲਾਜ। ਹਾਂਜੀ ਵੀਰੇ ਅੱਜ ਤੋਂ ਨਾ ਗੁਰਪ੍ਰੀਤ ਜੀ ਇਹ
ਜਿਹੜੀ ਔਰਤ ਆ ਜਿਸ ਨੇ ਘਟਨਾ ਨੂੰ ਅੰਜਾਮ ਦਿੱਤਾ ਇਹ ਤੁਹਾਡੇ ਕਿੱਥੇ ਗਈ ਆ ਆਪਣੇ ਹਸਪਤਾਲ? ਬਿਲਕੁਲ ਵੀਰ ਜੀ, ਇਹ ਸਾਡੇ ਪਿੰਡ 'ਚ ਕਿਰਾਏ ਤੇ ਰਹਿੰਦੀ ਸੀ। ਅੱਜ ਤੋਂ 6 ਮਹੀਨੇ ਪਹਿਲਾਂ ਇਹਨੂੰ ਨਾ ਪਿੰਡ ਵਾਲਿਆਂ ਨੇ ਕੁੱਟਿਆ। ਮੈਨੂੰ ਪਤਾ ਲੱਗਿਆ ਵੀ ਕਿਸੇ ਨੇ ਦੱਸਿਆ ਵੀ ਉੱਥੇ ਲੇਡੀ ਆ ਇੱਕ, ਉਹਨੇ ਆਪਦੇ ਬੱਚੇ ਨੂੰ ਮਾਰਿਆ। ਚਾਕੂ ਮਾਰਿਆ। ਅਸੀਂ ਇੱਥੇ ਪਹੁੰਚੇ ਤਾਂ ਬੱਚੇ ਦੇ ਸਿਰ ਤੇ ਛੋਟੇ ਛੋਟੇ ਟੱਕ ਲੱਗੇ ਹੋਏ ਸੀ। ਘਰ ਵਾਲਾ ਮੇਰੇ ਨਾਲ ਹੀ ਇਹਦੇ ਬੱਚੇ ਦੇ ਹੱਥ ਦੇ ਵਿੱਚ ਵੀ ਚਾਕੂ ਨਿਕਲਿਆ ਹੋਇਆ ਸੀ। ਇੱਕ ਹੱਥ 'ਚ ਲੱਗਿਆ ਸੀ। ਇਹਦੇ ਘਰ ਵਾਲੇ ਨੂੰ ਅਸੀਂ ਨਾਲ ਲੈ ਕੇ ਉਹਨੂੰ ਹਸਪੀਟਲ ਲੈ ਕੇ ਉੱਥੇ ਦਾਖਲ ਕਰਾਇਆ। ਉੱਥੋਂ ਡਿਟੈਕਟ ਹੋਇਆ ਵੀ ਇਹਦੀ ਸਪਲੈਟ ਪਰਸਨੈਲਿਟੀ ਆ, ਇਹਨੂੰ ਇੱਕ ਬਿਮਾਰੀ ਆ, ਡਿਜ਼ੀਜ਼ ਆ, ਜਿਹਦੇ ਵਿੱਚ ਇਹਨੂੰ ਪਤਾ ਨਹੀਂ ਲੱਗਦਾ। ਇਹਦਾ ਬੱਚਾ ਰੋਂਦਾ ਸੀ, ਇਹਦਾ ਗੁੱਸਾ ਚੜ੍ਹਦਾ ਸੀ। ਗੱਡੀ ਚ ਪਾ ਕੇ ਸੈਂਟਰ ਗੱਡੀ ਵਿੱਚ ਕਰਦਾ ਦੇ ਇੱਥੇ ਲਿਆ ਕੇ ਛੱਪੜ ਤੋਂ ਸੁੱਟਤਾ। ਛੱਪੜ ਚੋਂ ਅਸੀਂ ਇਹ ਡੈਡ ਬੋਡੀ ਭਾਈ ਸਾਈਡ ਤੇ ਕਰੋ। ਨੱਕ ਟੱਕ ਫਿਰ ਉਹ ਕਿੱਥੇ ਵੀਰੇ ਤੂੰ ਕੰਬਲ ਆਪਣੇ ਗੱਡੀ ਦੇ ਪਿੱਛੇ ਪਏ ਆ। ਮੈਂ ਆਗ ਮਾਰੀ ਸੀ, ਭੱਜ ਕੇ ਜਾ। ਤੁਸੀਂ ਕੀ ਕਰੀ ਜਾਂਦੇ ਇੱਥੇ? ਪਲੀਜ਼ ਅਜੇ ਮੈਂ ਕੋਈ ਕੰਮ ਨਹੀਂ ਕਰੋ ਇੱਧਰ ਹੋ ਜਾ। ਚਲੋ ਨਹੀਂ ਚਲੋ ਇਧਰ ਆ ਜਾਓ ਮੇਰੇ ਕੋਲ। ਇੱਥੇ ਲੈ ਸੋ ਇੱਥੇ ਰਹਿਣ ਭਾਈ ਜੀ ਪਲੀਜ਼ ਥੋੜਾ ਪਿੱਛੇ ਹੋ ਜਾਓ। ਉਹ ਯਾਰ ਕਿਸੇ ਨੂੰ ਫੋਨ ਹੀ ਲਾ ਦੇ, ਜੇ ਗੱਡੀ 'ਚ ਹੁੰਦੇ ਉਹਨੇ ਤਾਂ ਲੈ ਆਉਣੇ ਸੀ ਉਹਨੂੰ। ਗੱਡੀ 'ਚ ਹੈ ਨਹੀਂ ਜਿਵੇਂ ਪਹਿਲਾਂ ਆਹੋ ਉਹਨੇ ਮਨਾ ਕਰਤਾ। ਲੈਣੇ ਜਾ ਸੀਗਾ। ਕਰਤਾ ਸੀ, ਲੱਗਿਆ ਹੀ ਨਹੀਂ ਉਹ ਇੱਥੇ ਖੜਾ। ਓਏ ਹੈ ਹੀ ਨਹੀਂ ਗੱਡੀ 'ਚ। ਗੱਡੀ ਨੇ ਕਿਹਾ ਸੀ, ਉਹ ਕਹਿੰਦਾ ਮੈਂ ਘਰੋਂ ਲੈ ਕੇ ਆਉਂਦਾ। ਉਹ ਗਿਆ ਸੀ ਮੁੜ ਕੇ ਤੇ ਹੁਣ ਕਿਸੇ ਨੂੰ ਕਹਿ ਦੇ ਉੱਥੋਂ ਲੈ ਆਊ ਕੋਈ, ਜਾਂ ਘਰਾਂ 'ਚੋਂ ਕਿਸੇ ਤੋਂ ਮੰਗਾ ਲਓ। ਤੂੰ ਜਾ ਛੱਡ ਦੇ। ਜਾਇਆ ਬਾਈ, ਤੂੰ ਜਾਇਆ। क्या नाम था बच्चे का? ऐसा ही करता है। एक तो बंदे की और कर रही है ना, एक तो बंदे की और कर रही है।
ਗਿੱਕੇ ਗਿੱਕੇ ਉਰੇ ਆਈ। ਹਾਂ ਹਾਂ 1 ਮਿੰਟ ਆ ਜਾ ਚੱਲੇ ਜੀ ਫੋਨ ਦੇ ਜਾ ਮੇਰਾ ਭਾਈ ਗਿੱਕੇ ਗਿੱਕੇ ਭਾਈ ਸੈਨੀਟਾਈਜ਼ ਕਰ ਰਹੀ मैंने कितना समझाया उन्हें बेटा दुकान का काम नहीं छोड़ा था पर कोई बात नहीं अब थोड़ा रखो ਨਿਗਾਹ ਰੱਖ ਥੋੜਾ ਧਿਆਨ ਰੱਖ ਯਾਰ ਉਹ ਤਾਂ ਮੰਨਿਆ ਨਹੀਂ ਹੈਗਾ ਹੋਰ ਕੀ ਸਾਨੂੰ ਨਹੀਂ ਗਈ ਵੀ ਮਾਰਨੇ ਚਾਹੀਦੀ ਹੈ ਸਰ ਤਾਂ ਹੋਰ ਰੈਡੀ ਕਰ ਦੋ